ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 24ਵਾਂ। ਸ਼ਹਿਰੀ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਤੀਜਾ ਕਾਨੂੰਨ 1976 ਵਿੱਚ ਲਾਗੂ ਕੀਤਾ ਗਿਆ। ਇਹ ਕਾਨੂੰਨ ਉਹ ਸੀ ਜਿਸ ਤੋਂ ਬਚਣ ਲਈ ਸਿੱਖ ਭੱਜ ਭੱਜ ਕੇ ਹਿੰਦੂ ਬਣਦਾ ਸੀ, ਪਰ ਉਸ ਨੂੰ ਹਿੰਦੂ ਨਹੀਂ ਸੀ ਸਮਝਿਆ ਜਾਂਦਾ। ਸਿੱਖ ਦਾ ਹਿੰਦੂ ਅਜਗਰ ਦੁਆਰਾ ਨਿਕਲੇ ਜਾਣ ਦਾ ਦੁਖਾਂਤ ਵੀ ਬਹੁਤਾ ਕਰਕੇ ਇੱਥੋਂ ਹੀ ਸ਼ੁਰੂ ਹੁੰਦਾ ਹੈ, ਤੇ ਸਾਰੀ ਕਹਾਣੀ ਤੋਂ ਜਾਣੂ ਨਾ ਹੋਈਏ ਤਾਂ ਫਿਰ ਕੋਈ ਸਮਝ ਨਹੀਂ ਸਕਦਾ ਕਿ ਇਹ ਦੁਖਦਾਈ ਭਾਣਾ ਕਿਵੇਂ ਵਾਪਰਿਆ। ਮੈਂ ਇਹ ਸਮਝਦਾ ਹਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਨਿੱਜੀ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ, ਪਰ ਇਹ ਮੇਰੀਆਂ ਨਿੱਜੀ ਗੱਲਾਂ ਨਹੀਂ ਹਨ। ਇਹ ਸਿੱਖਾਂ ਦੀ ਦੁੱਖ ਭਰੀ ਕਹਾਣੀ ਦਾ ਉਹ ਦਰਦਨਾਕ ਹਿੱਸਾ ਹੈ ਜਿਸ ਨਾਲ ਲਗਭਗ ਸਾਰੇ ਹੀ ਚੰਗੀ ਰੋਟੀ ਖਾਂਦੇ ਛੱਡ ਕੇ ਆਏ ਪੱਛਮੀ ਪੰਜਾਬ ਦੇ ਕਿਸਾਨਾਂ ਦਾ ਸੰਬੰਧ ਹੈ, ਜਿਨ੍ਹਾਂ ਨੂੰ ਇੱਧਰ ਆ ਕੇ ਉਤਲਾ ਪਤ ਨਹੀਂ ਆਇਆ ਤੇ ਉਹਨਾਂ ਦੀ ਔਲਾਦ ਅੱਜ ਆਜ਼ਾਦੀ ਤੋਂ 54 ਸਾਲਾਂ ਬਾਅਦ ਵੀ ਇੱਧਰ ਗੁਲਾਮਾਂ ਵਾਂਗ ਹੀ ਜੀ ਰਹੀ ਹੈ। ਜਿਹੜੇ ਦਰਖਤ ਤੇ ਥੋੜੇ ਥੋੜੇ ਸਮੇਂ ਬਾਅਦ ਬਿਜਲੀ ਡਿੱਗਦੀ ਰਹੇ, ਉਹ ਕਿਵੇਂ ਵੱਧ ਫੁੱਲ ਸਕਦਾ ਹੈ ਤੇ ਜਾਂ ਹਰਾ ਭਰਾ ਰਹਿ ਸਕਦਾ ਹੈ। ਹੁਣ ਤੱਕ ਪੰਜਾਬ ਦੇ ਕਿਸਾਨਾਂ ਤੇ 3 ਲੈਂਡ ਸੀਲਿੰਗਾਂ ਲੱਗੀਆਂ ਹਨ, ਜਦੋਂ ਕਿ ਨਾ ਤਾਂ ਕੋਈ ਸੀਲਿੰਗ ਇੰਡਸਟਰੀ ਤੇ ਲੱਗੀ ਹੈ ਤੇ ਨਾ ਹੀ ਕਿਸੇ ਵਪਾਰਕ ਅਦਾਰੇ ਜਾਂ ਦੁਕਾਨਾਂ ਵਰਗੇ ਹੋਰ ਕਾਰੋਬਾਰਾਂ ਤੇ। ਘੜੀ ਮੁੜੀ ਕਿਸਾਨ ਹੀ ਸਰਕਾਰ ਦਾ ਸ਼ਿਕਾਰ ਕਿਉਂ ਬਣਦਾ ਸੀ, ਇਸ ਦਾ ਵਿਚਾਰ ਅੱਗੇ ਚੱਲ ਕੇ ਕਰਾਂਗੇ। ਇਹ ਸਾਰੀ ਕਹਾਣੀ ਇੱਕ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਵਾਂਗ ਹੈ, ਮੇਰੀ ਇਕੱਲੇ ਦੀ ਨਹੀਂ। ਅੰਕ ਪਹਿਲਾ, ਲੈਂਡ ਟੈਨਿਊਰ ਐਕਟ 1953। ਜ਼ਮੀਨ ਦੀ ਰੱਖੀ ਜਾਣ ਦੀ ਹੱਦ ਪਾਕਿਸਤਾਨੋਂ ਆਇਆਂ ਲਈ 50 ਏਕੜ ਤੇ ਲੋਕਲਾਂ ਵਾਸਤੇ 30 ਏਕੜ। ਅੰਕ ਦੂਜਾ, ਲੈਂਡ ਰੀਫਾਰਮ ਐਕਟ 1972। ਜ਼ਮੀਨ ਦੀ ਰੱਖੀ ਜਾਣ ਦੀ ਹੱਦ 17.5 ਏਕੜ ਸਾਰਿਆਂ ਲਈ, ਜਿਸ ਵਿੱਚ ਪਤਨੀ ਤੇ ਨਾਬਾਲਗ ਬੱਚੇ ਵੀ ਸ਼ਾਮਲ ਸਨ। ਅੰਕ ਤੀਜਾ, ਅਰਬਨ ਲੈਂਡ ਸੀਲਿੰਗ ਐਕਟ 1976। ਜ਼ਮੀਨ ਦੀ ਰੱਖੀ ਜਾਣ ਦੀ ਹੱਦ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸੀ। ਇਸ ਕਾਨੂੰਨ ਥੱਲੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਹੀ ਆਉਂਦੇ ਸਨ ਤੇ ਵੱਧ ਤੋਂ ਵੱਧ ਰੱਖੀ ਜਾਣ ਵਾਲੀ ਜ਼ਮੀਨ ਦੀ ਹੱਦ 50 ਕਨਾਲ ਤੇ 4 ਕਨਾਲ ਵੀ ਫੀ ਪਰਿਵਾਰ ਦੀ ਸੀ। ਸੰਨ 1976 ਵਿੱਚ ਪੰਜਾਬ ਦੇ 3 ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਤੇ ਭਾਰਤ ਦੇ ਹੋਰ ਵੀ ਕਈ ਵੱਡੇ ਸ਼ਹਿਰਾਂ ਵਿੱਚ ਭਾਰਤ ਸਰਕਾਰ ਨੇ ਅਰਬਨ ਲੈਂਡ ਸੀਲਿੰਗ ਐਕਟ ਲਾਗੂ ਕਰ ਦਿੱਤਾ। ਅਰਬਨ ਲੈਂਡ ਸੀਲਿੰਗ ਐਕਟ ਕਹਿਣ ਨੂੰ ਉਹਨਾਂ ਲੋਕਾਂ ਲਈ ਬਣਾਇਆ ਗਿਆ ਸੀ ਜਿਨ੍ਹਾਂ ਕੋਲ ਕਾਲਾ ਧਨ ਸੀ ਤੇ ਉਹ ਜ਼ਮੀਨ ਦਾ ਟੁਕੜਾ ਸ਼ਹਿਰ ਵਿੱਚ ਖਰੀਦ ਕੇ ਰੱਖ ਛੱਡਦੇ ਸਨ। ਟੈਕਸ ਦੇਣ ਤੋਂ ਬਚ ਜਾਂਦੇ ਸਨ ਤੇ ਜ਼ਮੀਨ ਦੀ ਕੀਮਤ ਹਰ ਸਾਲ ਦੁੱਗਣੀ ਚੌਗੁਣੀ ਹੁੰਦੀ ਜਾਂਦੀ ਸੀ। ਇਸ ਕਾਨੂੰਨ ਨੂੰ ਪੰਜਾਬ ਦੇ 3 ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਲਾਗੂ ਕੀਤਾ ਗਿਆ। ਐਕਟ ਐਸੇ ਖਚਰੇ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਸ਼ਹਿਰ ਦੀ ਹੱਦ ਤੋਂ ਬਾਹਰ 8 ਕਿਲੋਮੀਟਰ ਦੀ ਖੇਤੀਬਾੜੀ ਵਾਲੀ ਸਾਰੀ ਜ਼ਮੀਨ ਤੇ ਵੀ ਇਹ ਲਾਗੂ ਹੁੰਦਾ ਸੀ। ਇਹ ਖੇਤੀ ਵਾਲੀ ਜ਼ਮੀਨ ਵੀ ਖਾਲੀ ਪਈ ਜ਼ਮੀਨ ਹੀ ਐਲਾਨ ਦਿੱਤੀ ਗਈ ਸੀ ਤੇ ਇਸ ਦੇ ਮੁਆਵਜ਼ੇ ਦਾ ਮੁੱਲ ਵੀ ਐਕਟ ਵਿੱਚ ਹੀ ਨਿਰਧਾਰਿਤ ਕਰ ਦਿੱਤਾ ਗਿਆ ਸੀ। ਇਹ ਮੁੱਲ ਸੀ 5 ਰੁਪਏ ਪ੍ਰਤੀ ਵਰਗ ਮੀਟਰ। ਇਸ ਹਿਸਾਬ ਨਾਲ 1 ਏਕੜ ਦਾ ਮੁੱਲ 17,500 ਰੁਪਏ ਫੀ ਏਕੜ ਬਣਦਾ ਸੀ। 5 ਰੁਪਏ ਮੀਟਰ ਉਦੋਂ ਕੋਈ ਕੱਪੜਾ ਨਹੀਂ ਸੀ ਮਿਲਦਾ। ਇੱਥੋਂ ਤੱਕ ਕਿ 1976 ਵਿੱਚ ਰਜਾਈਆਂ ਤੇ ਚੜਾਉਣ ਵਾਲੇ ਗਲਾਫ ਦੇ ਮਾਰਕੀਨ ਤੇ ਦੇ ਸਸਤੇ ਤੋਂ ਸਸਤੇ ਕੱਪੜੇ ਦਾ ਮੁੱਲ ਵੀ
11-12 ਰੁਪਏ ਮੀਟਰ ਸੀ। ਹੋਰ ਤਾਂ ਹੋਰ 5 ਰੁਪਏ ਮੀਟਰ ਤਾਂ ਮਾੜੇ ਤੋਂ ਮਾੜਾ ਕਾਗਜ਼ ਵੀ ਨਹੀਂ ਸੀ ਆਉਂਦਾ। ਉਪਰੋਕਤ ਤਿੰਨਾਂ ਸ਼ਹਿਰਾਂ ਦੀ ਲੱਖਾਂ ਏਕੜ ਜ਼ਮੀਨ ਇਸ ਐਕਟ ਥੱਲੇ ਆ ਕੇ ਕਿਸਾਨਾਂ ਕੋਲੋਂ ਖੁੱਸ ਜਾਣੀ ਸੀ। ਇਹ ਮੁਕੱਦਮੇ ਸੁਪਰੀਮ ਕੋਰਟ ਤੱਕ ਗਏ। 10 ਸਾਲ ਤੱਕ ਲਈ ਬਣਾਇਆ ਇਹ ਕਾਨੂੰਨ ਮਸਾਂ ਕਿਤੇ 1986 ਵਿੱਚ ਜਾ ਕੇ ਖਤਮ ਹੋਇਆ, ਪਰ ਬਹੁਤ ਲੋਕਾਂ ਨੇ ਡਰਦੇ ਮਾਰੇ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਸੀ। ਇਹ ਤਿੰਨ ਤਾਂ ਜ਼ਮੀਨ ਦੀਆਂ ਵੱਧ ਤੋਂ ਵੱਧ ਬੰਦਿਸ਼ਾਂ ਸਨ, ਜਿਨ੍ਹਾਂ ਨੂੰ ਪੰਜਾਬ ਦੇ ਸਿੱਖਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ। ਹਿੰਦੂਆਂ ਦੀ ਗਿਣਤੀ ਇਹਨਾਂ ਵਿੱਚ ਮਸਾਂ 0.5% ਵੀ ਨਹੀਂ ਸੀ। ਇਹ ਤਿੰਨੇ ਕਾਨੂੰਨ ਸਿੱਖਾਂ ਦੇ ਹੱਥ ਰੰਬਾ ਤੇ ਮੋਢੇ 'ਤੇ ਘਾਹ ਖੋਦ ਕੇ ਬੰਨਣ ਵਾਲੀ ਚਾਦਰ ਰਖਾ ਕੇ ਇਹਨਾਂ ਨੂੰ ਘਾਹੀ ਬਣਾਉਣ ਲਈ ਬਣਾਏ ਗਏ ਸਨ। ਇਸ ਸਮੇਂ ਸਿੱਖਾਂ ਲਈ ਹਿੰਦੂ ਸਰਕਾਰਾਂ ਦਾ ਤੋਹਫਾ ਸੀ। ਇਹ ਸਮੇਂ-ਸਮੇਂ ਸਿੱਖਾਂ ਲਈ ਹਿੰਦੂ ਸਰਕਾਰਾਂ ਦਾ ਤੋਹਫਾ ਸੀ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਇਹ ਚੇਤਾ ਵੀ ਨਹੀਂ ਸੀ ਕਿ ਹਿੰਦੂ ਐਡਾ ਵਿਰਾਟ ਰੂਪ ਧਾਰਨ ਕਰੇਗਾ। ਕੱਪੜੇ ਦੇ ਵਪਾਰੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਪਾਕ ਪਟਨ ਦੀ ਬਜਾਜੀ ਜਿਵੇਂ ਜਿਵੇਂ ਵੇਖੇ ਤਿਵੇਂ ਤਿਵੇਂ ਰਾਜੀ, ਜਿਵੇਂ ਜਿਵੇਂ ਧੋਵੇ ਤਿਵੇਂ ਤਿਵੇਂ ਰੋਵੇ। ਬਸ ਇਹੋ ਕੁਝ ਹੀ ਪੰਜਾਬ ਦੇ ਸਿੱਖਾਂ ਨਾਲ ਹੋਇਆ। ਹੁਣ ਜਿਵੇਂ ਜਿਵੇਂ ਪਾਕ ਪਟਨ ਦੀ ਬਜਾਜੀ ਦੇ ਰੰਗ ਖੁਰਨ ਵਾਂਗ ਹਿੰਦੂ ਦਾ ਕੰਮ ਕਰਨ ਦਾ ਢੰਗ ਵੇਖਦੇ ਹਨ, ਤਿਵੇਂ ਤਿਵੇਂ ਹੀ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਹਨ। 1970 ਵਿੱਚ ਇੱਕ ਹੋਰ ਮਾਰੂ ਕਾਨੂੰਨ ਖੇਤੀਬਾੜੀ ਵਾਲੀ ਜ਼ਮੀਨ ਤੇ ਵੈਲਥ ਟੈਕਸ ਲਾਉਣ ਦਾ ਵੀ ਬਣਿਆ ਸੀ। ਕਿਸੇ ਕਿਸਾਨ ਦੀ ਜਿੰਨੀ ਜ਼ਮੀਨ ਹੈ ਉਸ ਦੀ ਬਾਜ਼ਾਰੀ ਕੀਮਤ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਜ਼ਰੂਰੀ ਸੀ। ਇਸ ਦੇ ਨਾਲ ਹੀ ਜੇ ਕੋਈ ਜ਼ਮੀਨ ਮਾਲਕ ਮਰ ਜਾਵੇ ਤਾਂ ਉਹ ਜਿੰਨੇ ਮੁੱਲ ਦੀ ਜਾਇਦਾਦ ਛੱਡ ਕੇ ਮਰੇ, ਭਾਵੇਂ ਉਹ ਪੂਰੇ ਪੰਜਾਬ ਦੇ ਕਿਸੇ ਵੀ ਦੂਰ ਦਰਾਡੇ ਪਿੰਡ ਵਿੱਚ ਹੀ ਰਹਿੰਦਾ ਹੋਵੇ, ਸਿਰਫ ਉਸ ਦਾ ਸੌਣ ਵਾਲਾ ਮੰਜਾ ਤੇ ਭਾਂਡਿਆਂ ਜਿਸ ਵਿੱਚ ਉਹ ਰੋਟੀ ਖਾਂਦਾ ਸੀ ਨੂੰ ਛੱਡ ਕੇ ਬਾਕੀ ਸਾਰੀ ਛੱਡੀ ਹੋਈ ਜਾਇਦਾਦ ਦੀ ਕੀਮਤ ਤੇ ਟੈਕਸ ਲੱਗਦਾ ਸੀ। ਤੇ ਇਸ ਨੂੰ ਅਸਟੇਟ ਡਿਊਟੀ ਟੈਕਸ ਕਹਿੰਦੇ ਸਨ। ਇਹ ਹੱਦ ਤੇ ਜਾ ਕੇ ਇਹ ਟੈਕਸ 75% ਵੀ ਹੋ ਜਾਂਦਾ ਸੀ। ਇਸੇ ਤਰ੍ਹਾਂ ਹੀ ਕੋਈ ਕਿਸੇ ਨੂੰ ਹਿਬਾ ਭਾਵ ਤੋਹਫਾ ਕਰ ਦੇਵੇ ਤਾਂ ਉਸ ਉੱਤੇ ਗਿਫਟ ਟੈਕਸ ਲੱਗਦਾ ਸੀ। ਖੇਤੀ ਵਾਲੀ ਭੂਮੀ ਤੇ ਪਹਿਲਾਂ ਇਨਕਮ ਟੈਕਸ ਨਹੀਂ ਸੀ ਲੱਗਦਾ, ਪਰ ਇਸ ਕਾਨੂੰਨ ਥੱਲੇ ਇਹ ਵੀ ਲੱਗਣਾ ਸੀ। ਜੇ ਕੋਈ ਕਿਸਾਨ ਜ਼ਮੀਨ ਵੇਚ ਦੇਵੇ ਜਾਂ ਜੇ ਉਸ ਨੂੰ ਪਹਿਲਾਂ ਦੀ ਨਿਰਧਾਰਿਤ ਕੀਤੀ ਹੋਈ ਸਰਕਾਰੀ ਕੀਮਤ ਤੋਂ ਵੱਧ ਕੀਮਤ ਮਿਲ ਜਾਵੇ ਤਾਂ ਉਸ ਵੱਧ ਮਿਲੇ ਪੈਸਿਆਂ ਨੂੰ ਵੀ ਆਮਦਨ ਹੀ ਗਿਣਿਆ ਜਾਂਦਾ ਸੀ ਤੇ ਉਸ ਤੇ ਉਸੇ ਦਰ ਨਾਲ ਹੀ ਟੈਕਸ ਲੱਗਦਾ ਸੀ ਜਿਹੜਾ ਕਿਸੇ ਦੀ ਆਮਦਨ ਨੂੰ ਲੱਗਦਾ ਹੈ। ਇਸ ਟੈਕਸ ਵਾਲੇ ਕਾਨੂੰਨ ਨੇ ਲੋਕਾਂ ਦਾ ਸਾਹ ਬੰਦ ਕਰ ਦਿੱਤਾ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੁਝ ਮਦਦ ਇਹ ਕਹਿ ਕੇ ਕੀਤੀ ਕਿ ਪਟਵਾਰੀ ਮਹਿਕਮਾ ਇਨਕਮ ਟੈਕਸ ਵਾਲਿਆਂ ਨੂੰ ਮਾਲ ਦਾ ਰਿਕਾਰਡ ਨਾ ਵਿਖਾਉਣ, ਪਰ ਇਸ ਨਾਲ ਕੀ ਫਰਕ ਪੈਣਾ ਸੀ। ਮਹਿਕਮਾ ਇਨਕਮ ਟੈਕਸ ਪਟਵਾਰੀਆਂ ਨੂੰ ਟਿੱਚ ਗਿਣਦਾ ਸੀ। ਉਹ ਹਰ ਇੱਕ ਕਿਸਾਨ ਨੂੰ ਇੱਕ ਵੱਡਿਓਂ ਹੀ ਨੋਟਿਸ ਭੇਜਣ ਲੱਗ ਪਏ। ਜਿਹੜਾ ਰਿਟਰਨ ਫਾਈਲ ਨਹੀਂ ਸੀ ਕਰਦਾ ਤੇ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਸੀ ਦਿੰਦਾ, ਉਸ ਨੂੰ ਉਹ ਅਟਕਲ ਪੱਚੂ ਹੀ ਟੈਕਸ ਲਾ ਦਿੰਦੇ। ਫਿਰ ਉਹ ਅਪੀਲਾਂ ਵਿੱਚ ਤੁਰਿਆ ਫਿਰੇ, ਉੱਪਰਲੀਆਂ ਅਦਾਲਤਾਂ ਨੂੰ ਦੱਸਦਾ ਫਿਰੇ ਕਿ ਮੇਰਾ ਟੈਕਸ ਇੰਨਾ ਨਹੀਂ ਸਗੋਂ ਘੱਟ ਬਣਦਾ ਹੈ। ਇਸ ਤਰ੍ਹਾਂ ਸਾਰਾ ਹਿਸਾਬ ਕਿਤਾਬ ਮਹਿਕਮੇ ਕੋਲ ਪਹੁੰਚ ਜਾਂਦਾ। ਕਿਸਾਨਾਂ ਦੇ ਬੜਾ ਨੱਕ ਵਿੱਚ ਦਮ ਆਇਆ। ਜ਼ਮੀਨ ਦੀ ਕੀਮਤ ਦਾ ਹਿਸਾਬ ਲਾਉਣ ਵਾਲੇ ਮਹਿਕਮੇ ਵੱਲੋਂ ਮੁਕਰਰ ਕੀਤੇ ਹੋਏ ਬੰਦਿਆਂ ਦੀ ਚਾਂਦੀ ਸੀ। ਆਮਦਨ ਕਰ ਵਕੀਲਾਂ ਦੇ ਦੋਹਾਂ ਹੱਥਾਂ ਵਿੱਚ ਲੱਡੂ ਤੇ ਸਿਰ ਕੜਾਹੀ ਵਿੱਚ ਸੀ। ਸ਼ਹਿਰਾਂ ਦੀ ਨੇੜੇ ਦੀ ਜ਼ਮੀਨ ਵਿੱਚੋਂ ਆਮਦਨ ਤਾਂ ਭਾਵੇਂ ਪਿੰਡਾਂ ਦੀ ਜ਼ਮੀਨ ਜਿੰਨੀ ਹੀ ਹੁੰਦੀ ਸੀ, ਪਰ ਕੀਮਤ ਪਿੰਡ ਦੀ ਜ਼ਮੀਨ ਨਾਲੋਂ ਕਈ ਗੁਣਾ ਜ਼ਿਆਦਾ ਸੀ। ਜਿੰਨਾ ਇਨਕਮ ਟੈਕਸ ਅਫਸਰ ਤੇ ਇੰਸਪੈਕਟਰ ਕਿਸਾਨਾਂ ਨੂੰ ਡਰਾਉਂਦੇ ਸਨ, ਉਸ ਤੋਂ ਵੀ ਜ਼ਿਆਦਾ ਉਹਨਾਂ ਦੇ ਆਪਣੇ ਵਕੀਲ ਉਹਨਾਂ ਨੂੰ ਡਰਾਉਂਦੇ ਸਨ, ਕਿਉਂਕਿ ਵਕੀਲ ਤੇ ਅਫਸਰ ਸਦਾ ਇਸ ਮਹਿਕਮੇ ਵਿੱਚ ਰਲ ਕੇ
ਸਾਇਲ ਨੂੰ ਲੁੱਟਦੇ ਹਨ, ਭਾਵ ਕਲਾਇੰਟ ਨੂੰ ਲੁੱਟਦੇ ਹਨ। ਵਕੀਲ ਫੀਸ ਵੱਖਰੀ ਲੈਂਦੇ ਤੇ ਸਾਹਿਬ ਨਾਲ ਮੁੱਕ ਮੁਕਾ ਕਰਾਉਣ ਲਈ ਰਿਸ਼ਵਤ ਦਾ ਗੱਫਾ ਵੱਖਰਾ ਲੈਂਦੇ ਸਨ। ਇਸ ਲਈ ਵੱਧ ਰਿਸ਼ਵਤ ਲੈਣ ਲਈ ਵੱਧ ਡਰਾਉਂਦੇ। ਮਾਡਲ ਟਾਊਨ ਜਲੰਧਰ ਦੇ ਸਰਦਾਰ ਗੁਰਨਾਮ ਸਿੰਘ, ਜੋ ਆਲੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਨ ਤੇ ਚੰਗੇ ਕਿਸਾਨ ਸਨ, ਇਸੇ ਤਰ੍ਹਾਂ ਹੀ ਦਿਲ ਫੇਲ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਸਨ। ਸਵੇਰੇ ਜਦੋਂ ਉਹ ਆਪਣੇ ਬਿਸਤਰੇ ਤੇ ਮਰੇ ਪਏ ਸਨ ਤਾਂ ਘਰਦਿਆਂ ਨੇ ਵੇਖਿਆ ਕਿ ਇੱਕ ਕਾਗਜ਼ ਤੇ ਜ਼ਰਬਾਂ ਤਕਸੀਮਾਂ ਦੇ ਕੇ ਟੈਕਸ ਦੀ ਰਕਮ ਦਾ ਹਿਸਾਬ ਬਣਾਇਆ ਹੋਇਆ ਸੀ। ਬਸ ਹਿਸਾਬ ਬਣਾਉਂਦੇ ਹੀ ਚੱਲ ਵਸੇ। ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨ, ਜਿਸ ਨੇ ਬੜੀ ਮਿਹਨਤ ਨਾਲ ਜ਼ਮੀਨ ਬਣਾਈ ਸੀ, ਇਨਕਮ ਟੈਕਸ ਅਫਸਰ ਮਿਸਟਰ ਭਟਨਾਗਰ ਦੇ ਢਹੇ ਚੜ ਗਿਆ। ਉਹ ਰੋਜ਼ ਸ਼ਾਮ ਨੂੰ ਉਸ ਕੋਲ ਆਉਂਦਾ, ਪੀਟਰ ਸਕਾਟ ਵਿਸਕੀ ਤੇ ਮੁਰਗੇ ਖਾਂਦਾ ਤੇ ਪੈਗ ਪੀਂਦਾ ਵਿਚਾਰੇ ਉਸ ਕਿਸਾਨ ਨੂੰ ਡਰਾਈ ਵੀ ਜਾਂਦਾ। ਉਹ ਉਸ ਨੂੰ ਦੱਸਦਾ ਕਿ ਕਾਨੂੰਨ ਅਨੁਸਾਰ ਤੇਰੀ ਜਾਇਦਾਦ ਨੂੰ 76% ਟੈਕਸ ਲੱਗਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਉਸ ਬੱਕਰੀ ਨੂੰ ਛੋਲੇ ਚਾਰੇ ਜਾ ਰਹੇ ਹੋਣ, ਜਿਹੜੀ ਸ਼ੇਰ ਅੱਗੇ ਵਧੀ ਹੋਵੇ ਨਾ ਸ਼ੇਰ ਅੱਗੇ ਬੱਧੀ ਹੋਵੇ। ਵਿਚਾਰੇ ਕਿਸਾਨ ਨੂੰ ਸ਼ਰਾਬ ਪੀਤੀ ਦਾ ਵੀ ਕੋਈ ਅਸਰ ਨਾ ਹੁੰਦਾ ਤੇ ਸਗੋਂ ਉਹਦੇ ਦਿਮਾਗ ਦਾ ਮੀਟਰ ਪੁੱਠੇ ਪਾਸੇ ਅਰਥਾਤ ਢਹਿੰਦੀ ਕਲਾ ਵੱਲ ਚੱਲਣ ਲੱਗ ਪੈਂਦਾ। ਸ਼ਰਾਬ ਪੀਣ ਦਾ ਫਾਇਦਾ ਇਹ ਹੁੰਦਾ ਕਿ ਇਹ ਬੰਦੇ ਨੂੰ ਦਲੇਰ ਕਰਦੀ ਹੈ, ਤੇ ਜੇ ਇਹ ਮੁਰਦੇ ਦੇ ਮੂੰਹ ਵਿੱਚ ਵੀ ਪਾ ਦਿੱਤੀ ਜਾਵੇ ਤਾਂ ਇੱਕ ਵਾਰ ਤਾਂ ਉਹ ਵੀ ਉੱਠ ਕੇ ਬਹਿ ਜਾਂਦਾ ਹੈ ਤੇ ਦਬਕਾ ਮਾਰ ਕੇ ਪੁੱਛਦਾ ਹੈ, ਉਹ ਤੁਸਾਂ ਰੌਲਾ ਕਾਹਦਾ ਪਾਇਆ ਹੋਇਆ? ਉਸ ਤੋਂ ਬਾਅਦ ਭਾਵੇਂ ਉਹ ਦੁਬਾਰਾ ਮਰ ਜਾਵੇ। ਕਹਿੰਦੇ ਹਨ ਇੱਕ ਵਾਰ ਇੱਕ ਚੂਹੇ ਨੇ ਫਰਸ਼ ਤੇ ਪਿਆ ਸ਼ਰਾਬ ਦਾ ਇੱਕ ਤੁਪਕਾ ਚੱਟ ਲਿਆ ਤੇ ਉਸਨੇ ਨਾਲ ਦੇ ਚੂਹਿਆਂ ਨੂੰ ਕਿਹਾ, ਲਿਆਓ ਕਿਹੜੀ ਬਿੱਲੀ ਹੈ, ਮੈਂ ਉਹਨੂੰ ਕੰਨਾਂ ਤੋਂ ਫੜ ਕੇ ਉਹਦੇ ਗਲ ਵਿੱਚ ਟੱਲੀ ਬੰਨਾਂ। ਪਰ ਇੱਥੇ ਸ਼ਰਾਬ ਬੇਕਾਰ ਸੀ, ਕਿਉਂਕਿ ਉਹ ਕਿਸਾਨ ਸਮਝਦਾ ਸੀ ਕਿ ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਕੜਾਹ ਪ੍ਰਸ਼ਾਦ ਕਰਵਾਈਏ, ਜਿਹੜਾ ਕਿ ਉਹ ਆਪ ਵੀ ਕਈ ਵਾਰ ਕਰਵਾ ਚੁੱਕਾ ਸੀ, ਤਾਂ ਹਰਿਮੰਦਰ ਸਾਹਿਬ ਅੰਦਰ ਬੈਠਾ ਭਾਈ ਕਿਰਪਾਨ ਨਾਲ 3 ਹਿੱਸੇ ਪ੍ਰਸ਼ਾਦ ਵੱਢ ਕੇ ਪਰਾਤ ਵਿੱਚ ਸੁੱਟ ਲੈਂਦਾ ਹੈ ਤੇ ਚੌਥਾ ਹਿੱਸਾ ਪ੍ਰਸ਼ਾਦ ਦਾ ਡੂਨਾ ਚੜਾਉਣ ਵਾਲੇ ਦੇ ਹੱਥ ਫੜਾ ਦਿੰਦਾ ਹੈ। ਇੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ। ਨਤੀਜਾ ਉਸ ਦੀ ਮੌਤ ਤੇ ਮੌਤ ਤੋਂ ਕੁਝ ਦਿਨ ਪਹਿਲਾਂ ਪਾਗਲਪਣ ਵਿੱਚ ਨਿਕਲਿਆ। ਉਹ ਜਦੋਂ ਵੀ ਕੋਈ ਗੱਲ ਕਰਦਾ 76% ਵਿੱਚ ਜ਼ਰੂਰ ਕਹਿੰਦਾ। ਬਸ 76% ਕਰਦਾ ਹੀ ਉਹ ਚੱਲ ਵਸਿਆ। ਇਸ ਤੇ ਕਿਸਾਨ ਤੇ ਇਸ ਤਰ੍ਹਾਂ ਦੀਆਂ ਔਲੀਆਂ ਤੇ ਮਾਨਸਿਕ ਦਬਾਅ ਕੋਈ ਇੱਕ ਵਾਰ ਨਹੀਂ ਆਇਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿਸਾਨ ਬਹੁਤ ਵਾਰੀ ਇਹਨਾਂ ਵਿੱਚੋਂ ਲੰਘਿਆ ਹੈ। ਜਦੋਂ ਪੰਜਾਬ ਵਿੱਚ ਮੁਰੱਬੇਬੰਦੀ ਹੋਈ ਤਾਂ ਜ਼ਮੀਨ ਨੂੰ ਇੱਕ ਥਾਂ ਤੇ ਇਕੱਠੀ ਕਰਨ ਦਾ ਫਾਰਮੂਲਾ ਇਹ ਸੀ ਕਿ ਕਿਸਾਨ ਦਾ ਜਿੱਥੇ ਵੱਡਾ ਟੁਕੜਾ ਹੋਵੇ, ਜਿਸ ਨੂੰ ਵੱਡਾ ਟੁਕੜਾ ਕਹਿੰਦੇ ਹਨ, ਭਾਵ ਮੇਜਰ ਪੋਰਸ਼ਨ ਕਹਿੰਦੇ ਹਨ, ਬਾਕੀ ਦੇ ਛੋਟੇ ਟੁਕੜੇ ਵੀ ਉਸ ਦੇ ਨਾਲ ਲਾ ਦਿੱਤੇ ਜਾਣ ਤੇ ਉਸ ਦਾ ਇੱਕ ਹੀ ਕੁਰਾ ਬਣਾ ਦਿੱਤਾ ਜਾਵੇ। ਦੂਰੋਂ ਲਿਆਉਣ ਵਾਲੇ ਛੋਟੇ ਟੁਕੜਿਆਂ ਨੂੰ ਫਲੋ ਹੋ ਕੇ ਅਰਥਾਤ ਉੱਡ ਕੇ ਆਉਣ ਵਾਲੇ ਟੁਕੜੇ ਕਿਹਾ ਜਾਂਦਾ ਸੀ। ਇੱਕ ਕਿਸਾਨ ਦਾ ਜਦੋਂ ਇੱਕ ਕੁਰਾ ਬਣ ਗਿਆ ਤਾਂ ਉਸਨੇ ਪੁੱਛਿਆ ਕਿ ਮੇਰੀ ਰੋਹੀ ਵਾਲੀ ਜ਼ਮੀਨ ਹੁਣ ਕਿੱਥੇ ਹੈ? ਤਹਿਸੀਲਦਾਰ ਨੇ ਕਿਹਾ, ਬਾਬਾ ਉਹ ਫਲੋਨ ਹੋ ਗਈ ਹੈ ਤੇ ਤੇਰੇ ਮਾਰੂ ਜ਼ਮੀਨ ਵਾਲੇ ਖੱਤਿਆਂ ਨਾਲ ਜਾ ਲੱਗੀ ਹੈ। ਉਸ ਗਰੀਬ ਕਿਸਾਨ ਦੀ ਰੋਹੀ ਵਾਲੀ ਜ਼ਮੀਨ ਦੀ ਹੀ ਉਸਦੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਮਾਰੂ ਵਾਲੀ ਜ਼ਮੀਨ ਵਿੱਚ ਤਾਂ ਸਿਰਫ ਮੋੜ ਤੇ ਗਵਾਰਾ ਹੀ ਹੁੰਦਾ ਸੀ। ਇਸ ਲਈ ਉਸ ਨੂੰ ਮਾਨਸਿਕ ਧੱਕਾ ਤਾਂ ਲੱਗਣਾ ਹੀ ਸੀ। ਉਹ ਕਿਸਾਨ ਦਿਮਾਗੀ ਤੌਰ ਤੇ ਇੰਨਾ ਲੱਗਿਆ ਕਿ ਜੇ ਉਸ ਨੂੰ ਕੋਈ ਪੁੱਛੇ ਕਿ ਬਾਬਾ ਜੀ ਤੁਹਾਡਾ ਨਾਂ ਕੀ ਹੈ, ਤਾਂ ਉਹ ਕਹਿੰਦਾ ਫਲੋਨ। ਜੇ ਕੋਈ ਪੁੱਛਦਾ ਬਾਬਾ ਕਿੱਥੋਂ ਆਇਆ ਹੈ, ਤਾਂ ਉਹ ਜਵਾਬ ਦਿੰਦਾ ਫਲੋਨ। ਤੇ ਉਸਨੇ ਬਾਕੀ ਦੀ ਸਾਰੀ ਜ਼ਿੰਦਗੀ ਇਸੇ ਹੀ ਹਾਲਤ ਵਿੱਚ ਕੱਟੀ। ਇਸ ਉਪਰੋਕਤ ਸਾਰੀ ਗੱਲ ਨੂੰ ਰੋਣਾ ਧੋਣਾ ਨਾ ਸਮਝਿਆ ਜਾਵੇ, ਸਗੋਂ ਉਹ ਕਾਰਨ ਸਨ ਜਿਨ੍ਹਾਂ ਕਰਕੇ ਲੋਕ ਸੰਤ ਜਰਨੈਲ ਸਿੰਘ ਦੀਆਂ ਹੱਕੀ ਗੱਲਾਂ ਨਾਲ ਸਹਿਮਤ ਹੋਏ ਸਨ
ਤੇ ਧਰਮ ਯੁੱਧ ਮੋਰਚੇ ਵਿੱਚ ਕੁੱਦੇ ਸਨ। ਇਸ ਸੰਘਰਸ਼ ਵਿੱਚ ਲਗਭਗ ਹਰ ਵਰਗ ਦੇ ਸਿੱਖਾਂ ਨੇ ਹਿੱਸਾ ਲਿਆ ਹੈ। ਇਹ ਪਹਿਲਾ ਮੌਕਾ ਸੀ ਜਦੋਂ ਪੇਂਡੂ, ਸ਼ਹਿਰੀ, ਅਮੀਰ, ਗਰੀਬ, ਪੜ੍ਹਿਆ ਲਿਖਿਆ, ਅਨਪੜ੍ਹ, ਕਲਰਕ, ਅਫਸਰ, ਫੌਜੀ ਤੇ ਰਿਕਸ਼ਾ ਚਲਾਉਣ ਵਾਲਾ ਹਰ ਕਿਸਮ ਦਾ ਸਿੱਖ ਤੱਕ ਨੇ ਮੋਰਚੇ ਵਿੱਚ ਭਾਗ ਲਿਆ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਅੱਜ ਕੱਲ੍ਹ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਅਤੇ ਇਸ ਤੋਂ ਪਹਿਲਾਂ ਆਉਣ ਵਾਲਾ ਇੱਕ ਸੀਰੀਅਲ ਦਾਸਤਾਨ ਸੀ। ਇਹ ਵੀ ਸਿੱਖ ਜਗਤ ਦੇ ਘਰ ਘਰ ਦੀ ਦਾਸਤਾਨ ਹੈ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਸੰਤ ਜਰਨੈਲ ਸਿੰਘ ਕਹਿੰਦੇ ਸਨ, ਜੇ ਗੁੱਲੀ ਰਾਮ ਤੇ ਛੱਜੂ ਮੱਲ ਦਾ ਨਿਆਣਾ ਰਾਤ ਨੂੰ 11:03 ਤੇ ਜੰਮੇ ਤੇ ਪਹਿਲੀ ਵਾਰੀ ਉਆਂ ਕਰੇ ਤਾਂ ਉਸੇ ਵੇਲੇ ਹੀ ਆਪਣੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਬਣ ਜਾਂਦਾ ਹੈ। ਪਰ ਸਿੱਖ ਦਾ ਪੁੱਤ 21 ਸਾਲਾਂ ਦਾ ਹੋਵੇ ਤਾਂ ਫਿਰ ਉਸ ਨੂੰ ਇਹ ਹੱਕ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਹਿੰਦੂ ਕਿਵੇਂ ਹੋਏ? ਲਓ, ਇਹ ਉਹ ਸਵਾਲ ਹੈ ਜਿਸ ਦਾ ਅੱਜ ਤੱਕ ਕਿਸੇ ਸੁਪਰੀਮ ਕੋਰਟ ਨੇ ਜਾਂ ਸੁਪਰੀਮ ਕੋਰਟ ਦੇ ਜੱਜ ਕੋਲੋਂ ਵੀ ਕੋਈ ਉੱਤਰ ਨਹੀਂ ਦਿੱਤਾ ਗਿਆ ਤੇ ਨਾ ਹੀ ਭਾਰਤ ਦੇ ਕਿਸੇ ਹਿੰਦੂ ਕੋਲ ਇਸ ਦਾ ਉੱਤਰ ਹੈ। ਪਰ ਇਹ ਕੇਸ ਮੇਰੇ ਹੱਡਾਂ ਨਾਲ ਵਾਪਰਿਆ ਹੈ, ਇਸ ਲਈ ਜਿੰਨਾ ਚੰਗਾ ਵਿਚਾਰ ਮੈਂ ਪਾਠਕਾਂ ਨਾਲ ਸਾਂਝਾ ਕਰ ਸਕਦਾ ਹਾਂ ਓਨਾ ਸ਼ਾਇਦ ਕੋਈ ਹੋਰ ਨਾ ਕਰ ਸਕਦਾ ਹੋਵੇ। ਜਿਸ ਦੇ ਪੈਰ ਨਾ ਫਟੀ ਬਿਆਈ ਉਹ ਕੀ ਜਾਣੇ ਪੀੜ ਪਰਾਈ। ਕਿਸੇ ਨੇ ਘਰ ਦੇ ਦਰਵਾਜ਼ੇ ਲਾਗੇ ਬੱਧੇ ਹੋਏ ਬੌਲਦ ਬਾਰੇ ਉਸ ਦੀ ਮਾਲਕਣ ਮਾਈ ਨੂੰ ਪੁੱਛਿਆ, ਮਾਈ ਵੈਕੜਾ ਮਾਰਦਾ ਤਾਂ ਨਹੀਂ? ਉਸ ਕਿਹਾ, ਪੁੱਤ ਹੋਰ ਰੰਡੀ ਕਿਹਦੀ ਕੀਤੀ ਹੋਈ ਆ। ਮੈਂ ਆਪਣੀ ਜ਼ਿੰਦਗੀ ਦੇ ਕੀਮਤੀ 20 ਸਾਲ ਇਸ ਕਾਨੂੰਨੀ ਨੁਕਤੇ ਕਰਕੇ ਭੰਗ ਦੇ ਪਹਾੜੇ ਗਾਲੇ ਹਨ। ਹੋਇਆ ਇਸ ਤਰ੍ਹਾਂ ਕਿ ਜਦੋਂ ਲੈਂਡ ਸੀਲਿੰਗ ਐਕਟ 1953 ਬਣਿਆ ਤਾਂ ਜਿਨ੍ਹਾਂ ਜ਼ਿਮੀਂਦਾਰਾਂ ਦੀ ਜ਼ਮੀਨ ਜ਼ਿਆਦਾ ਸੀ ਉਹਨਾਂ ਮਰਦਿਆਂ ਨੇ ਵਾਧੂ ਜ਼ਮੀਨ ਆਪਣੇ ਇਤਬਾਰੀ ਨੌਕਰਾਂ ਤੇ ਸੀਰੀਆਂ ਦੇ ਨਾਂ ਲਵਾ ਦਿੱਤੀ ਤੇ ਕੁਝ ਮਾੜੇ ਮੋਟੇ ਜਿਹੇ ਅੰਗੂਠੇ ਕਾਗਜ਼ਾਂ ਤੇ ਲਵਾ ਕੇ ਆਪਣੇ ਕੋਲ ਰੱਖ ਲਏ। ਫਿਰ ਉਹਨਾਂ ਹੌਲੀ ਹੌਲੀ ਕੁਝ ਜ਼ਮੀਨਾਂ ਵਿੱਚੋਂ ਵੇਚ ਲਈਆਂ ਤੇ ਵਿੱਚੋਂ ਕੁਝ ਨਾ ਕੁਝ ਪੈਸੇ ਆਪਣੇ ਇਤਬਾਰੀ ਸੀਰੀਆਂ ਨੂੰ ਵੀ ਦੇ ਦੂ ਛੱਡੇ। ਪਰ ਜਿਵੇਂ ਜਿਵੇਂ ਸੀਰੀ ਤੇ ਨੌਕਰਾਂ ਨੂੰ ਸੋਝੀ ਆਉਂਦੀ ਗਈ ਉਹ ਆਪਣੇ ਨਾਲ ਲੱਗੀ ਜ਼ਮੀਨ ਦਾ ਹੱਕ ਮੰਗਣ ਲੱਗ ਪਏ। ਬਹੁਤਿਆਂ ਨੂੰ ਉਹ ਮਿਲ ਵੀ ਗਿਆ। ਕਈਆਂ ਮੁਜਾਰਿਆਂ ਨਾਲ ਦੇ ਦੁਆ ਕੇ ਰਾਜ਼ੀਨਾਮੇ ਹੋ ਗਏ ਤੇ ਕਈਆਂ ਕੇਸਾਂ ਵਿੱਚ ਜ਼ਮੀਨ ਦੇ ਮਾਲਕ ਆਪਣੇ ਮੁਜਾਰਿਆਂ ਦੇ ਇੰਨਾ ਥੱਲੇ ਲੱਗ ਗਏ ਕਿ ਜਦੋਂ ਮੁਜਾਰੇ ਦੀ ਕੁੜੀ ਦਾ ਵਿਆਹ ਹੁੰਦਾ ਤਾਂ ਜ਼ਿਮੀਂਦਾਰ ਕੁੜੀ ਦਾ ਮਾਮਾ ਬਣ ਕੇ ਸਾਰੀ ਨਾਨਕੀ ਛੱਕ ਕੇ ਲੈ ਜਾਂਦਾ। ਅਰਥਾਤ ਉਸ ਵਿਅਕਤੀ ਨੂੰ ਜਿਸ ਨੂੰ ਲੋਕ ਜ਼ਿਮੀਂਦਾਰ ਕਹਿੰਦੇ ਸਨ ਨੂੰ ਸਿਰਫ ਜ਼ਮੀਨ ਬਚਾਉਣ ਖਾਤਰ ਹੀ ਉਸ ਮੁਜਾਰੇ ਦਾ ਸਾਲਾ ਬਣਨਾ ਪੈਂਦਾ ਸੀ। ਇਹ ਰਿਵਾਜ ਕੁਝ ਕੁ ਹੱਦ ਤੱਕ ਹੁਣ ਵੀ ਹੈ। ਜਿਵੇਂ ਸਿਆਣੇ ਕਹਿੰਦੇ ਹਨ, ਜਦੋਂ ਹਵਾ ਵਗੇ ਤਾਂ ਉਹ ਚੂਹੇ ਦੀ ਖੁੱਡ ਵਿੱਚ ਵੀ ਲੱਗਦੀ ਹੈ। ਮੁਜਾਰਿਆਂ ਨੇ ਠੋਕ ਕੇ ਆਪਣੇ ਹਿੱਸੇ ਲਏ, ਕਈਆਂ ਨੇ ਬਾਗ ਲਾ ਲਏ ਤੇ ਇਸ ਤਰ੍ਹਾਂ ਦੇ ਦੁਆ ਕੇ ਬਚਾਅ ਕਰਨ ਵਿੱਚ ਸਫਲ ਹੋ ਗਏ। ਕਈਆਂ ਦੇ ਮੁਕੱਦਮੇ ਝਗੜਦਿਆਂ ਦੇ ਮੁੰਡੇ ਬਾਲਗ ਹੋ ਗਏ ਤੇ ਦੇ ਦਵਾ ਕੇ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਤਬਦੀਲੀ ਹੋ ਗਈ। ਇਹ ਸਾਰਾ ਕੁਝ ਜ਼ਿਆਦਾ ਮਾਲਵੇ ਵਿੱਚ ਹੋਇਆ। ਹੁਣ ਕਮਿਊਨਿਸਟ ਤੇ ਹੋਰ ਐਵੇਂ ਬਕਵਾਸ ਕਰਦੇ ਹਨ ਕਿ ਪੰਜਾਬ ਵਿੱਚ ਅਜੇ ਵੀ ਵੱਡੇ ਮਾਲਕ ਹਨ ਤੇ ਜ਼ਗੀਰਦਾਰੀ ਪ੍ਰਬੰਧ ਅਜੇ ਵੀ ਹੈ। ਮਾਲਵੇ ਵਿੱਚ ਜ਼ਗੀਰਦਾਰ ਵਾਲੀ ਗੱਲ ਸ਼ਾਇਦ 1% ਵੀ ਨਹੀਂ, ਬਲਕਿ ਹੈ ਹੀ ਨਹੀਂ। ਇਹ ਸਿਰਫ ਲੋਕਾਂ ਦਾ ਰੌਲਾ ਤੇ ਬਕਵਾਸ ਹੈ ਤੇ ਇਸ ਵਿੱਚ ਕੋਈ ਸੱਚਾਈ ਨਹੀਂ, ਕਿਉਂਕਿ ਇਸ ਐਕਟ ਤੋਂ ਬਾਅਦ 1972 ਵਾਲੇ ਐਕਟ ਦਾ ਵੀ ਛਾਨਣਾ ਲੱਗ ਚੁੱਕਾ ਹੈ। ਇਸ ਐਕਟ ਵਿੱਚ ਤਾਂ ਇਹ ਵੀ ਹੈ ਕਿ ਜੇ ਕੋਈ ਮੁਜਾਰਾ ਦੱਸ ਪਾਵੇ ਕਿ ਫਲਾਣੇ ਜ਼ਿਮੀਂਦਾਰ ਕੋਲ ਵੱਧ ਜ਼ਮੀਨ ਹੈ ਤਾਂ ਉਹ ਜ਼ਮੀਨ ਉਸ ਬੰਦੇ ਨੂੰ ਹੀ ਅਲਾਟ ਕਰ ਦਿੱਤੀ ਜਾਵੇਗੀ। ਲੋਕਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਤੇ ਇੱਥੋਂ ਤੱਕ ਕਿ ਪੁਰਾਣੇ ਗੱਡੇ ਮੁਰਦੇ ਵੀ ਉਖਾੜ ਸੁੱਟੇ। ਜੇ ਕਮਿਊਨਿਸਟਾਂ ਨੂੰ ਜਾਂ
ਬਹੁਜਨ ਸਮਾਜ ਪਾਰਟੀ ਦੇ ਦਲਤਾਂ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਕਿਸੇ ਕੋਲ ਵਾਧੂ ਜ਼ਮੀਨ ਹੈ ਤਾਂ ਉਹ ਦਰਖਾਸਤ ਦੇ ਕੇ ਉਸ ਕੋਲੋਂ ਜ਼ਮੀਨ ਲੈ ਕਿਉਂ ਨਹੀਂ ਲੈਂਦੀ। ਇਹ ਐਵੇਂ ਸਟੇਜਾਂ ਤੇ ਹੀ ਭਾਸ਼ਣਬਾਜ਼ੀ ਹੈ, ਅਸਲੀਅਤ ਕੁਝ ਨਹੀਂ। ਹਾਂ, ਕੁਝ ਲੋਕਾਂ ਨੇ ਕਾਨੂੰਨ ਦੇ ਵਿੱਚ ਕੁਝ ਮਾਮੂਲੀ ਖਾਮੀਆਂ ਦਾ ਫਾਇਦਾ ਜ਼ਰੂਰ ਉਠਾਇਆ ਹੋਵੇਗਾ, ਜਿਹੜਾ ਕਿ ਉਹਨਾਂ ਦਾ ਹੱਕ ਹੈ ਤੇ ਕੋਈ ਵੀ ਉਹ ਹੱਕ ਖੋਹ ਨਹੀਂ ਸਕਦਾ। ਇਨਕਮ ਟੈਕਸ ਦਾ ਵੀ ਇਹ ਸੁਨਹਿਰਾ ਅਸੂਲ ਹੈ ਕਿ ਟੈਕਸ ਤੋਂ ਆਪਣਾ ਬਚਾਅ ਕਰਨਾ ਹਰ ਵਿਅਕਤੀ ਦਾ ਕਾਨੂੰਨੀ ਤੇ ਇਖਲਾਕੀ ਅਧਿਕਾਰ ਹੈ। 1972 ਵਾਲੇ ਐਕਟ ਵਿੱਚ ਇੱਕ ਫਸਲੀ ਜ਼ਮੀਨ ਵੱਧ ਰੱਖੀ ਜਾ ਸਕਦੀ ਹੈ, 2 ਫਸਲਾਂ ਵਾਲੀ ਘੱਟ। ਐਸਾ ਕਿਸੇ ਨੇ 2 ਫਸਲਾਂ ਵਾਲੀ ਨੂੰ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ 1 ਫਸਲ ਵਾਲੀ ਕਰਵਾ ਕੇ ਕਝਾਨੀ ਮਾਰ ਲਈ ਹੋਵੇ ਤਾਂ ਵੱਖਰੀ ਗੱਲ ਹੈ, ਪਰ ਇਹ ਵੀ 2-4% ਤੋਂ ਵੱਧ ਨਹੀਂ ਹੋ ਸਕਦਾ। ਦੂਜਾ ਤਰੀਕਾ ਇਹ ਸੀ ਕਿ ਕਈਆਂ ਨੇ ਆਪਣੀ ਪਤਨੀ ਦੇ ਨਾਂ ਤੇ ਵਾਧੂ ਜ਼ਮੀਨ ਲਵਾ ਦਿੱਤੀ ਤੇ ਫਿਰ ਉਸ ਕੋਲੋਂ ਤਲਾਕ ਲੈ ਲਿਆ। ਇਹ ਕੇਸ ਵੀ 1-ਅੱਧ% ਤੋਂ ਵੱਧ ਨਹੀਂ। ਇਹ ਜ਼ਿਆਦਾਤਰ ਮਾਝੇ ਅਤੇ ਦੁਆਬੇ ਵਿੱਚ ਹੋਇਆ, ਕਿਉਂਕਿ ਇੱਥੇ ਸੀਰੀ ਤੇ ਜੱਦੀ ਪੁਸ਼ਤੀ ਨੌਕਰਾਂ ਦਾ ਰਿਵਾਜ ਨਹੀਂ। ਇਸ ਤਰ੍ਹਾਂ ਦੇ ਇੱਕ ਕੇਸ ਨੇ ਕਾਫੀ ਤਰਥੱਲੀ ਮਚਾਈ ਸੀ। ਸਰਦਾਰ ਬਲਬੀਰ ਸਿੰਘ ਚੰਦੀ ਜਲੰਧਰ ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਤਰੱਕੀ ਲੈ ਕੇ ਚੰਡੀਗੜ੍ਹ ਡਿਪਟੀ ਡਾਇਰੈਕਟਰ ਪ੍ਰਾਸੀਕਿਊਸ਼ਨ ਲੱਗੇ, ਤਾਂ ਇੱਕ ਹੋਰ ਜ਼ਿਲ੍ਹਾ ਅਟਾਰਨੀ ਨੇ ਵੀ ਇਸ ਅਹੁਦੇ ਵਾਸਤੇ ਹੱਕ ਜਤਾਇਆ। ਬਲਬੀਰ ਸਿੰਘ ਚੰਦੀ ਪਛੜੇ ਵਰਗ ਨਾਲ ਸੰਬੰਧ ਰੱਖਦੇ ਸਨ ਤੇ ਉਸ ਦੂਸਰੇ ਅਫਸਰ ਨੇ ਕਿਹਾ ਕਿ ਮੈਂ ਵੀ ਕਿਉਂਕਿ ਜੱਟ ਸਿੱਖ ਤੋਂ ਆਪਣਾ ਧਰਮ ਬਦਲ ਕੇ ਈਸਾਈ ਬਣ ਗਿਆ ਹਾਂ, ਇਸ ਲਈ ਮੈਂ ਵੀ ਪਛੜੇ ਵਰਗ ਵਿੱਚ ਆਉਂਦਾ ਹਾਂ। ਸਿਆਪਾ ਇੱਥੇ ਵੀ ਵਾਧੂ ਜ਼ਮੀਨ ਦਾ ਹੀ ਸੀ। ਉਸ ਅਫਸਰ ਨੇ ਆਪਣਾ ਧਰਮ ਬਦਲ ਕੇ ਆਪਣੀ ਪਤਨੀ ਦੇ ਨਾਂ ਪਹਿਲਾਂ ਹੀ ਲੱਗੀ ਹੋਈ ਜ਼ਮੀਨ ਨੂੰ ਬਚਾਉਣ ਲਈ ਰਜਾਮੰਦੀ ਨਾਲ ਤਲਾਕ ਦੇ ਦਿੱਤਾ ਤੇ ਨਾਲੇ ਉਹ ਈਸਾਈ ਬਣ ਜਾਣ ਕਰਕੇ ਪਛੜੇ ਵਰਗ ਦਾ ਵੀ ਬਣ ਗਿਆ। ਇਹ ਦੋਵੇਂ ਹੀ ਵਕੀਲ ਸਨ। ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ ਵਾਲੀ ਗੱਲ ਹੋਈ। ਬਲਬੀਰ ਸਿੰਘ ਚੰਦੀ ਜਲੰਧਰ ਆਇਆ ਤਾਂ ਮੈਂ ਉਸ ਨੂੰ ਆਪਣੇ ਇੱਕ ਵਾਕਫ ਈਸਾਈਆਂ ਦੇ ਬਿਸ਼ਪ ਕੋਲ ਲੈ ਗਿਆ। ਬਿਸ਼ਪ ਸਾਹਿਬ ਨੇ ਦੱਸਿਆ ਕਿ ਕੋਈ ਵੀ ਬੰਦਾ ਸਾਡੇ ਧਰਮ ਵਿੱਚ ਬਪਤਿਸਮਾ ਲੈ ਕੇ ਹੀ ਈਸਾਈ ਬਣ ਸਕਦਾ ਹੈ ਤੇ ਇਹ ਬਪਤਿਸਮਾ ਚਲਦੇ ਪਾਣੀ ਵਿੱਚ ਹੀ ਦਿੱਤਾ ਜਾਂਦਾ ਹੈ ਜਾਂ ਦਿੱਤਾ ਜਾ ਸਕਦਾ ਹੈ। ਲਓ ਜੀ, ਫਾਈਲ ਦੁਬਾਰਾ ਪੜ੍ਹੀ ਗਈ ਕਿ ਬਪਤਿਸਮਾ ਕਿੱਥੇ ਚਲਦੇ ਪਾਣੀ ਵਿੱਚ ਦਿੱਤਾ ਗਿਆ ਸੀ, ਤਾਂ ਇਹ ਇੱਕ ਨਹਿਰ ਵਿੱਚ ਲਿਆ ਗਿਆ ਸੀ। ਜਦੋਂ ਨਹਿਰ ਵਿਭਾਗ ਕੋਲੋਂ ਪਤਾ ਕੀਤਾ ਤਾਂ ਉਹਨਾਂ ਆਪਣਾ ਰਿਕਾਰਡ ਵੇਖ ਕੇ ਦੱਸਿਆ ਕਿ ਨਹਿਰ ਦੀ ਉਹਨਾਂ ਦਿਨਾਂ ਵਿੱਚ ਬੰਦੀ ਸੀ ਤੇ ਪਾਣੀ ਚੱਲਦਾ ਨਹੀਂ ਸੀ। ਬਸ ਇੰਨੀ ਗੱਲ ਨਾਲ ਹੀ ਬਲਬੀਰ ਸਿੰਘ ਚੰਦੀ ਕੇਸ ਜਿੱਤ ਗਿਆ। ਉਸ ਦੂਜੇ ਵਕੀਲ ਵਿਚਾਰੇ ਨੂੰ ਤਰੱਕੀ ਨਾ ਮਿਲਣ ਦਾ ਨੁਕਸਾਨ ਤਾਂ ਹੋਇਆ ਹੀ, ਸਗੋਂ ਫਾਲਤੂ ਜ਼ਮੀਨ ਦਾ ਕੇਸ ਵੀ ਦੁਬਾਰਾ ਖੁੱਲ੍ਹ ਗਿਆ। ਕਮਿਊਨਿਸਟ ਤੇ ਬਹੁਜਨ ਸਮਾਜ ਪਾਰਟੀ ਵਾਲੇ ਅਜੇ ਵੀ ਸੁਣਾ ਕੇ ਆਖੀ ਜਾਂਦੇ ਹਨ ਕਿ ਜ਼ਿਮੀਂਦਾਰਾਂ ਕੋਲ ਬੜੀ ਜ਼ਮੀਨ ਵਾਧੂ ਹੈ ਤੇ ਪੰਜਾਬ ਵਿੱਚ ਜ਼ਗੀਰਦਾਰੀ ਪ੍ਰਬੰਧ ਅਜੇ ਵੀ ਕਾਇਮ ਹੈ। ਸੰਤ ਜਰਨੈਲ ਸਿੰਘ ਦੀ ਗੁੱਲੀ ਰਾਮ ਤੇ ਛੱਜੂ ਮੱਲ ਵਾਲੀ ਹਿੰਦੂ ਤੇ ਸਿੱਖ ਵਾਲੀ ਗੱਲ ਬਿਲਕੁਲ ਠੀਕ ਹੈ। ਇੱਥੇ ਮੈਂ ਆਪਣੀ ਇੱਕ ਗੱਲ ਦੱਸਦਾ ਹਾਂ ਜੋ ਸੰਤਾਂ ਦੀ ਗੱਲ ਨਾਲ ਮੇਲ ਖਾਂਦੀ ਹੈ। ਮੈਂ ਆਪਣੀ ਜ਼ਮੀਨ ਨੂੰ ਬਚਾਉਣ ਖਾਤਰ 1970 ਵਿੱਚ ਆਪਣੇ ਪਿਤਾ ਜੀ ਤੇ ਦਾਅਵਾ ਹੱਕ ਕੀਤਾ। ਦਾਅਵਾ ਕਰਕੇ ਜ਼ਮੀਨ ਆਪਣੀਆਂ 2 ਮਾਤਾਵਾਂ, ਆਪਣੇ ਬੇਟੇ ਉਦੋਂ 2-3 ਮਹੀਨਿਆਂ ਦਾ ਹੀ ਸੀ ਤੇ ਆਪਣੇ ਨਾਂ ਹੋਣ ਲਈ ਅਦਾਲਤ ਵਿੱਚ ਦਰਖਾਸਤ ਦਿੱਤੀ। ਇਹ ਅਸਾਂ ਹਿੰਦੂ ਸੰਯੁਕਤ ਪਰਿਵਾਰ ਦਾ ਸੰਵਿਧਾਨਕ ਅਧਿਕਾਰ ਵਰਤ ਕੇ ਦਾਇਰ ਕੀਤਾ। ਮੇਰੀਆਂ ਮਾਤਾਵਾਂ ਨੇ ਦਾਅਵਾ ਕੀਤਾ ਕਿ ਜਦੋਂ ਅਸੀਂ ਪਾਕਿਸਤਾਨ ਵਿੱਚੋਂ ਆਏ ਸੀ ਤਾਂ ਸਾਡੇ ਪਤੀ ਕੋਲ ਇੱਕ ਫੁੱਟੀ ਕੌਡੀ ਵੀ ਨਹੀਂ ਸੀ। ਇਹਨਾਂ ਨੇ ਸਾਨੂੰ ਆਖਿਆ ਸੀ ਕਿ ਜੇ ਤੁਸੀਂ ਆਪਣੇ ਇਸਤਰੀ ਧਨ ਦੇ ਗਹਿਣੇ ਵੇਚ ਕੇ ਮੈਨੂੰ ਦੇ ਦਿਓ ਤਾਂ ਮੈਂ ਟਿਊਬਵੈੱਲ ਲਵਾਂਗਾ ਤੇ ਨਾਲੇ 2 ਜੋਗਾਂ ਬੌਲਦ ਲੈ ਕੇ ਵਾਹੀ ਸ਼ੁਰੂ ਕਰਾਂ। ਇਸ ਦੇ ਵਟੇ ਮੈਂ ਤੁਹਾਡੇ ਨਾਂ ਤੇ ਜ਼ਮੀਨ ਲਵਾ ਦਿਆਂਗਾ। ਅਸਾਂ ਤੇ ਇਹਨਾਂ ਦਾ ਆਖਾ ਮੰਨ ਕੇ ਗਹਿਣੇ ਵੇਚ ਕੇ ਇਹਨਾਂ ਨੂੰ ਦੇ ਦਿੱਤੇ, ਪਰ ਇਹ ਹੁਣ ਮੁੱਕਰ ਗਏ ਹਨ ਤੇ ਆਪਣਾ ਵਾਅਦਾ ਪੂਰਾ ਨਹੀਂ ਕਰਦੇ।
ਇਸ ਲਈ ਸਾਨੂੰ ਇਸ ਅਦਾਲਤ ਦਾ ਕੁੰਡਾ ਖੜਕਾਉਣਾ ਪਿਆ ਹੈ। ਸਾਨੂੰ ਜ਼ਮੀਨ ਦਿੱਤੀ ਜਾਵੇ। ਮੇਰਾ ਦਾਅਵਾ ਵੀ ਸਿੱਧਾ ਸੀ ਕਿ ਮੈਂ ਹੁਣ ਬਾਲਗ ਹਾਂ, ਮੈਨੂੰ ਮੇਰਾ ਹੱਕ ਮਿਲੇ। ਨਾਲੇ ਸਾਂਝੇ ਪਰਿਵਾਰ ਦੀ ਜ਼ਮੀਨ ਹੈ, ਸਾਡੇ ਵੱਡੇ ਵਡੇਰਿਆਂ ਤੋਂ ਤੁਰੀ ਆਉਂਦੀ ਹੈ। ਮੇਰਾ ਪਿਓ ਤਾਂ ਸਿਰਫ ਇਸ ਦਾ ਪ੍ਰਬੰਧਕ ਹੀ ਹੈ। ਛੋਟੇ ਮੁੰਡੇ ਦਾ ਕੇਸ ਵੀ ਇਹੀ ਸੀ ਕਿ ਉਹ ਜੰਮਣਸਾਰ ਹੀ ਜੱਦੀ ਜਾਇਦਾਦ ਦਾ ਹੱਕਦਾਰ ਹੈ। ਸਾਨੂੰ ਪਿਤਾ ਪੁਰਖੀ ਜਾਇਦਾਦ ਦਾ ਹਿੱਸਾ ਮਿਲਣਾ ਚਾਹੀਦਾ ਹੈ। ਉਦੋਂ ਸਰਦਾਰ ਭਗਵਾਨ ਸਿੰਘ ਸਬ ਜੱਜ ਸਨ। ਉਹਨਾਂ ਨੇ ਮੁਕੱਦਮਾ ਪੜ੍ਹਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਬੜੇ ਭਾਵੁਕ ਹੋ ਕੇ ਕਹਿਣ ਲੱਗੇ, ਸਿੱਖੀ ਹੁਣ ਬਹੁਤਾ ਚਿਰ ਨਹੀਂ ਬਚਣੀ। ਮੈਂ ਸਮਝਦਾ ਹਾਂ ਕਿ ਸਿੱਖ ਹੋ ਕੇ ਵੀ ਹਿੰਦੂ ਹੋਣ ਦਾ ਅੱਕ ਕਿਉਂ ਚੱਬਣ ਲੱਗੇ ਹਨ, ਪਰ ਹੁਣ ਇਹਨਾਂ ਕੋਲ ਹੋਰ ਕੋਈ ਚਾਰਾ ਵੀ ਤੇ ਹੈ ਨਹੀਂ। ਜੇ ਆਪਣੇ ਆਪ ਨੂੰ ਇਹ ਹਿੰਦੂ ਨਹੀਂ ਕਹਿੰਦੇ ਤਾਂ ਜ਼ਮੀਨ ਜਾਂਦੀ ਹੈ, ਤੇ ਜੇ ਹਿੰਦੂ ਕਹਿੰਦੇ ਹਨ ਤਾਂ ਸਿੱਖੀ ਜਾਂਦੀ ਹੈ। ਜ਼ਮੀਨ ਵਟੇ ਸਿੱਖੀ ਰੱਖਣੀ ਇਹਨਾਂ ਲਈ ਬੜਾ ਮਹਿੰਗਾ ਸੌਦਾ ਹੈ। ਇਹ ਵਿਚਾਰੇ ਤਾਂ ਵਾਹੀ ਤੋਂ ਬਿਨਾਂ ਹੋਰ ਕੋਈ ਧੰਦਾ ਵੀ ਨਹੀਂ ਜਾਣਦੇ। ਇਹਨਾਂ ਕਿਹੜਾ ਹਿੰਦੂਆਂ ਵਾਂਗ ਪਕੌੜੇ ਤਲ ਕੇ ਰੋਟੀ ਕਮਾ ਲੈਣੀ ਹੈ। ਸਭ ਜੱਜ ਸਾਹਿਬ ਦੀ ਇਹ ਅਤ ਸੰਵੇਦਨਸ਼ੀਲ ਤੇ ਭਾਵੁਕ ਟਿੱਪਣੀ ਸੁਣ ਕੇ ਸਾਡਾ ਜੀ ਕਰੇ ਕਿ ਅਸੀਂ ਭੁੱਬਾਂ ਮਾਰ-ਮਾਰ ਰੋਈਏ। 10 ਪੀੜ੍ਹੀਆਂ ਤੋਂ ਸਿੱਖ ਚੱਲਿਆ ਆਉਂਦਾ ਪਰਿਵਾਰ ਅੱਜ ਹਿੰਦੂ ਦੇ ਦਰਬਾਰ ਵਿੱਚ ਸਿੱਖ ਤੋਂ ਹਿੰਦੂ ਬਣਨ ਲਈ ਅਰਜ਼ ਗੁਜ਼ਾਰ ਰਿਹਾ ਸੀ ਤੇ ਲਿਲਕੜੀਆਂ ਕੱਢ ਰਿਹਾ ਸੀ। ਕੋਈ ਦੱਸੇ ਕਿ ਹੇਠਲੀ ਉੱਤੇ ਹੋਰ ਕਿੱਦਾਂ ਆਉਂਦੀ ਹੈ। ਇੱਕ ਪਤਨੀ ਦੇ ਹੁੰਦਿਆਂ ਕੋਈ ਦੂਜਾ ਵਿਆਹ ਨਹੀਂ ਕਰਵਾ ਸਕਦਾ। ਇਸ ਦਾ ਜਵਾਬ ਵੀ ਅਸਾਂ ਲੱਭ ਲਿਆ ਸੀ ਕਿ ਹਿੰਦੂ ਮੈਰਿਜ ਐਕਟ ਬਾਅਦ ਵਿੱਚ ਬਣਿਆ ਹੈ। 2 ਵਿਆਹ ਅੰਗਰੇਜ਼ ਦੇ ਰਾਜ ਵੇਲੇ ਦੇ ਹੋਏ ਹਨ, ਜਦੋਂ ਕਿ ਹਿੰਦੂ ਮੈਰਿਜ ਐਕਟ ਹੋਂਦ ਵਿੱਚ ਨਹੀਂ ਸੀ ਆਇਆ। ਖੈਰ ਜੀ, ਡਿਗਰੀ ਹੋ ਗਈ, ਸਾਡੀ ਜ਼ਮੀਨ ਵੰਡੀ ਗਈ। ਇਹ ਡਿਗਰੀ ਸੰਨ 1970 ਵਿੱਚ ਹੋਈ ਸੀ। 1971 ਵਿੱਚ ਨਾਲੇ ਦਾ ਖੇਤੀਬਾੜੀ ਜ਼ਮੀਨ ਤੇ ਵੈਲਥ ਟੈਕਸ ਤੇ ਹੋਰ ਟੈਕਸ ਲੱਗਣ ਦਾ ਕਾਨੂੰਨ ਆ ਗਿਆ ਤੇ 1971 ਵਿੱਚ ਹੀ ਮੇਰੇ ਪਿਤਾ ਜੀ ਵੀ ਚੱਲ ਵਸੇ। ਜਿਹੜਾ ਹਿੱਸਾ ਮੇਰੇ ਪਿਤਾ ਜੀ ਦੇ ਨਾਂ ਬਚਦਾ ਸੀ ਉਹ ਅਸਾਂ ਵਸੀਅਤ ਬਣਾ ਕੇ ਆਪਸ ਵਿੱਚ ਵੰਡ ਲਿਆ ਤੇ ਜ਼ਮੀਨ ਵੇਚ ਦਿੱਤੀ, ਜਿਸ ਦਾ ਜ਼ਿਕਰ ਉੱਪਰ ਆ ਚੁੱਕਾ ਹੈ। ਜਦੋਂ ਅਸੀਂ ਟੈਕਸ ਰਿਟਰਨ ਫਾਈਲ ਕੀਤੀ ਤਾਂ ਅਸੀਂ ਆਪਣਾ ਸੰਯੁਕਤ ਹਿੰਦੂ ਪਰਿਵਾਰ ਦਾ ਹੱਕ ਜਤਾਇਆ, ਪਰ ਇਨਕਮ ਟੈਕਸ ਅਫਸਰ ਨੇ ਸਾਡੀ ਅਦਾਲਤ ਦੁਆਰਾ ਦਿੱਤੀ ਹੋਈ ਡਿਗਰੀ ਨੂੰ ਬੋਗਸ ਤੇ ਬੇਕਾਰ ਕਹਿ ਕੇ ਇਸ ਨੂੰ ਸਾਡੇ ਪਿਤਾ ਵੱਲੋਂ ਸਾਨੂੰ ਦਿੱਤਾ ਗਿਆ ਤੋਹਫਾ ਅਰਥਾਤ ਗਿਫਟ ਕਰਾਰ ਦੇ ਦਿੱਤਾ। ਇੱਥੇ ਕਾਨੂੰਨੀ ਨੁਕਤਾ ਇਹ ਸੀ ਕਿ ਇਨਕਮ ਟੈਕਸ ਅਫਸਰ ਅਨੁਸਾਰ HUF ਹਿੰਦੂ ਸੰਯੁਕਤ ਪਰਿਵਾਰ ਐਕਟ ਸਿੱਖਾਂ ਤੇ ਲਾਗੂ ਹੀ ਨਹੀਂ ਹੁੰਦਾ, ਇਹ ਸਿਰਫ ਹਿੰਦੂ ਪਰਿਵਾਰਾਂ ਤੇ ਹੀ ਲਾਗੂ ਹੁੰਦਾ ਹੈ। ਅਸਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25(2) ਵਿੱਚ ਤਾਂ ਸਿੱਖ ਵੀ ਹਿੰਦੂ ਹੀ ਮੰਨੇ ਗਏ ਹਨ ਤੇ ਜੈਨੀ ਤੇ ਬੋਧੀ ਵੀ ਹਿੰਦੂ ਹੀ ਹਨ, ਪਰ ਇਨਕਮ ਟੈਕਸ ਅਫਸਰ ਨੇ ਕਿਹਾ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸਨ ਤਾਂ ਉਹਨਾਂ ਕਿਹਾ ਸੀ ਕਿ ਅਸੀਂ ਤੁਹਾਡੇ ਰਸਮਾਂ ਰਿਵਾਜਾਂ ਵਿੱਚ ਕੋਈ ਦਖਲ ਨਹੀਂ ਦੇਣਾ। ਇਸ ਲਈ ਉਹਨਾਂ ਨੇ 2 ਕਾਨੂੰਨ ਬਣਾਏ, ਇੱਕ ਤਾਂ ਸੰਯੁਕਤ ਪਰਿਵਾਰ ਵਾਲਾ ਤੇ ਦੂਜਾ ਰਿਵਾਜ ਵਾਲਾ, ਅਰਥਾਤ ਜਿਸ ਨੂੰ ਅੰਗਰੇਜ਼ੀ ਵਿੱਚ ਕਸਟਮਰੀ ਲਾ ਕਹਿੰਦੇ ਹਨ। ਇਹ ਕਸਟਮਰੀ ਲਾ ਹੀ ਜੱਟਾਂ ਤੇ ਲਾਗੂ ਹੁੰਦਾ ਹੈ। ਇੱਕ ਜੱਟ ਆਪਣੇ ਜਿਉਂਦੇ ਜੀ ਆਪਣੀ ਜਾਇਦਾਦ ਦਾ ਵਾਹਦ ਮਾਲਕ ਹੁੰਦਾ ਹੈ। ਉਹ ਆਪਣੀ ਜ਼ਮੀਨ ਵੇਚ ਕੇ ਸ਼ਰਾਬ ਪੀ ਲਵੇ, ਡੋਡੇ ਪੀ ਲਵੇ, ਅਫੀਮ ਖਾ ਲਵੇ, ਗੁਰਦੁਆਰੇ ਦੇ ਨਾਂ ਲਵਾ ਦੇਵੇ, ਭਾਵੇਂ ਕਾਲੇ ਚੋਰ ਨੂੰ ਦੇ ਦੇਵੇ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਜ਼ਮੀਨ ਦੀ ਮਾਲਕੀ ਵਾਲੇ ਲੋਕਾਂ ਤੇ ਇਹ ਕਾਨੂੰਨ ਹੀ ਲਾਗੂ ਹੁੰਦਾ ਹੈ। ਜੱਟ ਦਾ ਪੁੱਤ ਜੱਟ ਦਾ ਇਸੇ ਕਰਕੇ ਹੀ ਵੈਰੀ ਹੁੰਦਾ ਹੈ ਤੇ ਜ਼ਮੀਨ ਲਈ ਆਪਣੇ ਪਿਓ ਦਾ ਕਤਲ ਵੀ ਕਰ ਦਿੰਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਸ ਦੇ ਜੀਂਦੇ ਜੀ ਮੈਨੂੰ ਹੋਰ ਕਿਸੇ ਵੀ ਤਰੀਕੇ ਨਾਲ ਜਾਇਦਾਦ ਨਹੀਂ ਮਿਲ ਸਕਦੀ। ਮੈਂ ਕਿਹਾ ਇਹ ਕਾਨੂੰਨ ਜੱਟਾਂ ਤੇ ਲਾਗੂ ਹੁੰਦਾ ਹੋਵੇਗਾ, ਪਰ ਮੇਰਾ ਪਰਿਵਾਰ ਜੱਟ ਪਰਿਵਾਰ ਨਹੀਂ, ਅਸੀਂ ਕੰਬੋਹ ਹਾਂ। ਇਸ ਲਈ ਸਾਡੇ ਤੇ ਸੰਯੁਕਤ ਪਰਿਵਾਰ ਹੀ ਲਾਗੂ ਹੁੰਦਾ ਹੈ, ਕਿਉਂਕਿ ਕੰਬੋਹ ਜੱਟ ਨਹੀਂ ਹੁੰਦੇ। ਜੇ ਗੱਲ ਸਿਰਫ ਜੱਟ ਤੇ ਹੀ ਕਾਨੂੰਨ ਲਾਗੂ ਹੋਣ ਦੀ ਸੀ ਤਾਂ ਇਹ ਗੱਲ ਇੱਥੇ ਹੀ ਮੁੱਕ ਜਾਣੀ ਚਾਹੀਦੀ ਸੀ, ਕਿਉਂਕਿ ਉਸੇ ਦਿਨ ਹੀ ਮੈਂ ਇੱਕ ਬਿਆਨ ਹਲਫੀਆ ਮੈਜਿਸਟ੍ਰੇਟ ਫਸਟ ਕਲਾਸ ਕੋਲੋਂ ਤਸਦੀਕ ਕਰਵਾ ਕੇ
ਮਹਿਕਮਾ ਇਨਕਮ ਟੈਕਸ ਨੂੰ ਦੇ ਦਿੱਤਾ ਕਿ ਅਸੀਂ ਕੰਬੋ ਹਾਂ ਤੇ ਕੰਬੋ ਜੱਟ ਨਹੀਂ ਹੁੰਦੇ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।